वाहिगुरु जी का खालसा वाहिगुरु जी की फतेह। संगत जी जी आया नू जी आया नू। मुस्कुराओ जी पहला तो सारे जाने। तो संगत जी अज का साडा टॉपिक है विक्टिम माइंडसैट। विक्टिम माइंडसैट के उत्ते बहुत सारिया रिसर्चस हुई ने, यूनीवर्सिटीज़ दे विच भी हुई ने, साइकोलॉजिस्ट ने अपने लैवल ते भी इहदे उत्ते बहुत काम किया। यूनीवर्सिटी ऑफ एरिजोना ने काम किया, यूनीवर्सिटी ऑफ कोलंबिया ने काम किया, यूएस दियां होर भी यूनीवर्सिटीज़ ने जिन्हां ने इहदे उत्ते काम किया। तो ये की कह रहे ने सारे जाने कि एक बीमारी है विक्टिम माइंडसैट, मानसिक बीमारी है। ये पूरी असीं डिटेल में जावांगे, पर मोटियां मोटियां दियां निशानियां की ने। वो कहते कि सोचण का इहो जिहा एक एटीट्यूड बंदे का जिहड़ा हो जाता आ, जिहदे विच वो अपने आप नूं विचारा जिहा समझदा आ, अपने आप नूं पीड़ित जिहा समझदा आ, दूसरिਆਂ ਦੀ सिंपथी लेना चाहुंदा आ अपने दुखड़े रो रो के, और पास्ट के दुखों नूं वो भुला नहीं सकता। प्रेजेंट विच भी अगर कोई दुख आ, कोई बीमारी है, वो चाहता भी मैनूं सिंपथी मिले दूसरिਆਂ ਦੀ, ते हैल्पलैस जिहा अपने आप नूं फील करन लग जांदा, और अपने आप नूं कमज़ोर समझण लग जांदा, शक्तिहीन पावरलैस जिद्दां इस तरह अपने आप नूं समझण लग जांदा। और वो इस तरह चाहुंदा है कि इस सिचुएशन विचों मैनूं कोई दूसरा आके बाहर कड्ढे। अपनी जिहड़ी सब तो वड्डी शक्ति है सैल्फ रिलायंस दी, उस शक्ति नूं गवा दिंदा है किते ना किते बहाने बना बना के। सबकॉन्शियस माइंड दे उत्ते उहनूं पता भी नहीं चलदा। ਇਹਦੀ एक छोटी जी एग्जाम्पल बड़ी उन्होंने खूबसूरत दी है। वो कहते जिमें कोई बीमार हो जाता है ना, तो उन्होंने फिर सारे पुछते हैं, थोड़ी केयर भी करते हैं, वह काम भी कर देंगे ने, किन्नी तरह के कामों भी हेल्प हो जाती है। और कई बार उन्होंने पता नहीं चलता, वो उन्हें अच्छा लगन लग जाता। वो कहता हाँ तो बड़ी वधिया गल है बीमार होके, कोई मैनू खाना भी दे रहा है, कोई मेरे काम भी कर रहा, कोई मेरी बात भी पुछ रहा है। अगे तो मेरे च कोई ध्यान ही नहीं सी दिंदा, हुण मेरे च ध्यान भी दे रहे हैं। ਉਹਨੂੰ ਜਦੋਂ ਚੰਗਾ ਲੱਗਣ ਲੱਗ ਜਾਂਦਾ ਹੈ, ਉਹ सबकॉन्शियस माइंड ਦੇ ਉੱਤੇ ਫਿਰ ਅੱਗਿਓਂ ਕੀ ਸ਼ੁਰੂ ਹੋ ਜਾਂਦਾ, ਉਹ ਫਿਰ ਆਪਣੀ ਬਿਮਾਰੀ ਦੇ ਬਹਾਨੇ ਬਣਾਈ ਜਾਊਗਾ। ਜਾਂ ਕੋਈ ਹੋਰ ਘਟਨਾ ਹੋ ਗਈ, ਕਿਸੇ ਨੂੰ ਗੱਲ ਦੱਸੀ, ਸਿੰਪਥੀ ਮਿਲ ਗਈ, ਉਹ ਤੋਂ ਬਾਅਦ ਫਿਰ ਉਹਨੇ ਆਪਣੇ ਦੁੱਖੜੇ ਹੀ ਰੋਈ ਜਾਣੇ ਆ ਕਿ ਮੈਨੂੰ ਸਿੰਪਥੀ ਮਿਲੇ, ਦੂਸਰਿਆਂ ਦੀ ਸਿੰਪਥੀ ਮਿਲੇ। ਔਰ ਜਦ ਕਿ ਇਹਦੇ ਵਿੱਚ ਉਹ ਹਮੇਸ਼ਾ ਹੀ ਦੁਖੀ ਰਹਿੰਦਾ, ਨੈਗੇਟਿਵ ਰਹਿੰਦਾ ਆ, ਉਹਨੂੰ ਇੰਨਾ ਜ਼ਿਆਦਾ ਨੁਕਸਾਨ ਹੁੰਦਾ, ਔਰ ਸੈਲਫ ਹਰਟ ਅੰਦਰੋਂ ਮਤਲਬ ਦੁੱਖ ਵਿੱਚ ਹੀ ਰਹਿੰਦਾ, ਆਪਣਾ ਜੀਵਨ ਬਿਤਾਉਂਦਾ ਆ। ਕਈ ਥੋੜੇ ਟਾਈਮ ਇਹਦੇ ਵਿੱਚ ਰਹਿੰਦੇ ਨੇ, ਕਈ ਲੰਬਾ ਟਾਈਮ ਇਹਦੇ ਵਿੱਚ ਚਲੇ ਜਾਂਦੇ ਨੇ। ਸੋ ਆਪਣੇ ਆਪ ਨੂੰ ਚੈੱਕ ਕਰੋ, ਤੁਸੀਂ ਦੂਸਰੇ ਦੀ ਸਿੰਪਥੀ ਤਾਂ ਨਹੀਂ ਲੈਣਾ ਚਾਹੁੰਦੇ। ਕੋਈ ਅਗਰ ਬਿਮਾਰੀ ਹੈ, ਕੋਈ ਕਸ਼ਟ ਆ, ਕੋਈ ਤੁਹਾਡੇ ਨਾਲ ਮਾੜਾ ਹੋਇਆ ਸੀ, ਅੱਜ ਹੋ ਰਿਹਾ ਜਾਂ ਪਿੱਛੇ ਹੋਇਆ ਸੀਗਾ, ਤੁਸੀਂ ਦੂਸਰਿਆਂ ਦੀ ਸਿੰਪਥੀ ਲੈਣ ਨੂੰ ਤਾਂ ਨਹੀਂ ਉਹ ਗੱਲਾਂ ਸੁਣਾਉਂਦੇ। ਇਹ ਕਹਿੰਦੇ ਨੇ ਇਦਾਂ ਦੀਆਂ ਗੱਲਾਂ ਦੀ ਚਰਚਾ ਨਾ ਕਰੋ। ਹਾਂ ਵਾਕਈ ਜਿੱਥੇ ਤੁਹਾਨੂੰ ਲੋੜ ਆ, ਔਰ ਜਿਹੜਾ ਤੁਹਾਡੀ ਹੈਲਪ ਕਰ, ਤੁਹਾਨੂੰ ਪਤਾ ਹੈ ਵੀ ਇਹ ਸਿੰਸੀਅਰ ਹੋ ਕੇ ਇਹਨੇ ਮੇਰੀ ਹੈਲਪ ਕਰਨੀ ਹੈ, ਔਰ ਤੁਹਾਨੂੰ ਜ਼ਰੂਰਤ ਆ, ਤਾਂ ਫਿਰ ਉਹ ਤੁਸੀਂ ਜ਼ਰੂਰ ਸ਼ੇਅਰ ਕਰੋ ਤਾਂ ਕਿ ਤੁਹਾਡੀ ਕੋਈ ਉਹਦੇ ਵਿੱਚ ਹੈਲਪ ਕਰ ਪਾਵੇ। ਅਗਰ ਤੁਸੀਂ ਚਾਹੁੰਦੇ ਹੋ ਕੋਈ ਮੇਰੇ 'ਚ ਧਿਆਨ ਦੇਵੇ, ਮੈਨੂੰ ਸਿੰਪਥੀ ਮਿਲੇ, ਮੈਨੂੰ ਵਿਚਾਰਾ ਕਹਿਣ, ਫਿਰ ਤੁਸੀਂ ਆਪਣੀ ਸਭ ਤੋਂ ਵੱਡੀ ਸ਼ਕਤੀ ਜਿਹਨੂੰ ਆਤਮ ਨਿਰਭਰਤਾ, ਉਹਨੂੰ ਗਵਾ ਲੈਂਦੇ, ਦੂਸਰਿਆਂ ਤੇ ਡਿਪੈਂਡੈਂਟ ਹੋਣ ਲੱਗ ਜਾਂਦੇ ਹੋ। ਇੱਥੋਂ ਤੱਕ ਵੀ ਰਿਸਰਚਸ ਕਹਿੰਦੀਆਂ ਨੇ ਕਈ ਵਾਰ ਤੁਸੀਂ ਦਵਾਈਆਂ ਤੇ ਡਿਪੈਂਡੈਂਟ ਰਹਿੰਦੇ ਹੋ, ਉਹਦੇ ਵਿੱਚੋਂ ਵੀ ਤੁਹਾਨੂੰ ਬਾਹਰ ਨਿਕਲਣਾ ਚਾਹੀਦਾ, ਕਿਉਂਕਿ ਤੁਸੀਂ ਬਹੁਤ ਵੱਡੀ ਸ਼ਕਤੀ ਹੋ, ਬਹੁਤ ਵੱਡੀ ਪਾਵਰ ਹੋ। ਆਪਣੀ ਸ਼ਕਤੀ ਨੂੰ ਜਾਣੋ। ਤੁਸੀਂ ਦੂਸਰਿਆਂ ਦੀ ਹੈਲਪ ਤਾਂ ਕੀ ਲੈਣੀ, ਤੁਸੀਂ ਤਾਂ ਕਿੰਨਿਆਂ ਦੀ ਹੈਲਪ ਕਰ ਸਕਦੇ ਹੋ। ਸੋ ਵਿਚਾਰੇ ਜਾਏ ਨਾ ਬਣੋ, ਵਿਕਟਮ ਨਾ ਬਣੋ, ਵਿਕਟਮ ਮਾਈਂਡਸੈਟ ਦੇ ਵਿੱਚੋਂ ਬਾਹਰ ਨਿਕਲੋ। ਤੇ ਕੀ ਨਿਸ਼ਾਨੀਆਂ ਨੇ ਜਿਹੜੀਆਂ ਉਹਨਾਂ ਨੇ ਸਾਨੂੰ ਦੱਸੀਆਂ ਨੇ, ਉਹਨਾਂ ਨੂੰ ਦੇਖੀਏ, ਫਿਰ ਉਹਦੇ ਬਾਅਦ ਸੋਲੂਸ਼ਨ ਕੀ, ਹੱਲ ਕੀ ਹੈ ਵੀ ਅਗਰ ਕਿਸੇ ਦਾ ਇਸ ਤਰ੍ਹਾਂ ਦਾ ਮਾਈਂਡਸੈਟ ਹੋ ਗਿਆ, ਉਹਦੇ ਵਿੱਚੋਂ ਕਿਵੇਂ ਨਿਕਲੇ ਬਾਹਰ। ਸਭ ਤੋਂ ਪਹਿਲਾਂ ਤਾਂ ਹੈਗਾ ਆ, ਉਹ ਕਹਿੰਦੇ ਆ ਵੀ ਕੀ ਨਿਸ਼ਾਨੀ ਹੈ ਵੀ ਕਨਸਟੈਂਟਲੀ ਸੀਕਿੰਗ ਰੈਕਗਨਾਈਜੇਸ਼ਨ ਫॉर ਵਨਸ ਵਿਕਟਿਮਹੁੱਡ। ਉਹ ਹੁਣ ਚਾਹੁੰਦਾ ਹੈ ਕਿ ਦੂਸਰਾ ਵਿਅਕਤੀ ਮੈਨੂੰ ਐਕਨੋਲੇਜ ਕਰੇ, ਰਿਕਗਨਾਈਜ਼ ਕਰੇ ਕਿ ਮੈਂ ਤਾਂ ਵਿਚਾਰਾ ਜਿਹਾ ਹਾਂ, ਮੈਂ ਤਾਂ ਵਿਕਟਮ ਹਾਂ, ਮੈਂ ਤਾਂ ਪੀੜਤ ਹਾਂ, ਮੈਂ ਤਾਂ ਬੜਾ ਦੁਖੀ ਹਾਂ। ਇੱਦਾਂ ਮੈਨੂੰ ਕਹੇ, ਕਹਿਣ ਲੋਕ, ਉਹਨੂੰ ਮਜ਼ਾ ਆਉਂਦਾ, ਉਹਦੇ ਚੰਗਾ ਲੱਗਦਾ ਉਹਨੂੰ।
ਤੁਹਾਨੂੰ ਅਗਰ ਇਸ ਤਰ੍ਹਾਂ ਚੰਗਾ ਲੱਗ ਰਿਹਾ ਨਾ ਆਪਣੇ ਦੁੱਖੜੇ ਸੁਣਾ ਕੇ, ਕੋਈ ਤੁਹਾਨੂੰ ਵਿਚਾਰਾ ਕਵੇ ਵਿਚਾਰੀ ਨਾਲ ਬੜਾ ਇਸ ਤਰ੍ਹਾਂ ਹੋਇਆ, ਵਿਚਾਰੇ, ਸਮਝ ਲਓ ਵੀ ਕਿਤੇ ਨਾ ਕਿਤੇ ਤੁਸੀਂ ਫਸ ਰਹੇ ਹੋ। ਆਪਣੀ ਪਾਵਰ ਨੂੰ ਗਵਾ ਕੇ ਤੁਸੀਂ ਦੂਸਰਿਆਂ ਦੇ ਕੋਲੋਂ ਕੁਝ ਭਾਲਦੇ ਹੋ। ਤਾਂ ਇਹ ਕਹਿੰਦੇ ਨੇ ਬਸ ਵੀ ਉਹਨੂੰ ਫਿਰ ਜਿਹੜਾ ਵੀ ਮਿਲ ਜਾਵੇ ਨਾ ਉਹਦੇ ਅੱਗੇ ਆਪਣਾ ਦੁੱਖੜਾ ਹੀ ਰੋਈ ਜਾਊਗਾ, ਜਾਂ ਦੂਸਰਿਆਂ ਦੀਆਂ ਸ਼ਿਕਾਇਤਾਂ ਲਾਈ ਜਾਊਗਾ ਨਾ ਅੱਗੇ। ਉਹਦੇ ਵਿੱਚ ਸ਼ਿਕਾਇਤਾਂ ਕਿੱਥੋਂ ਤੱਕ ਨੇ? ਆਪਣੇ ਵਰਕ ਪਲੇਸ ਵਾਲਿਆਂ ਦੀਆਂ, ਆਪਣੇ ਰਿਸ਼ਤੇਦਾਰਾਂ ਦੀਆਂ, ਜਿਹਨੂੰ ਆਪਾਂ ਚੁਗਲੀ, ਨਿੰਦਿਆ, ਬੁਰਾਈ ਵੀ ਕਹਿ ਦਿੰਦੇ, ਉਹ ਵੀ ਵਿੱਚ ਹੀ ਆਉਂਦਾ। ਸੋ ਇਹ ਕਹਿੰਦੇ ਨੇ ਵੀ ਤੁਸੀਂ ਧਿਆਨ ਦਿਓ ਇਹਦੇ ਉੱਤੇ, ਇਹ ਆ ਤੁਹਾਡੀ ਅੱਛੀ ਆਦਤ ਨਹੀਂ। ਇਹ ਅਗਰ ਪੱਕ ਗਈ ਤਾਂ ਤੁਸੀਂ ਇਹੋ ਜਿਹੇ ਜਾਲ ਦੇ ਵਿੱਚ ਫਸ ਜਾਓਗੇ, ਤੁਸੀਂ ਉਹੀ ਚੀਜ਼ ਨੂੰ ਅਟਰੈਕਟ ਕਰੀ ਜਾਓਗੇ ਆਪਣੇ ਵੱਲ। ਨੈਗੇਟਿਵਿਟੀ, ਦੁੱਖੜਿਆਂ ਚੋਂ ਬਾਹਰ ਨਹੀਂ ਨਿਕਲ ਪਾਓਗੇ ਤੁਸੀਂ। ਫਿਰ ਦੂਸਰਾ ਇਹ ਕਹਿੰਦੇ ਨੇ ਮੋਰਲ ਇਲਿਟਿਜ਼ਮ। ਇਹ ਹੁੰਦਾ ਆ ਕਿ ਇਹਦੇ ਵਿੱਚ ਬੰਦਾ ਆਪਣੇ ਆਪ ਨੂੰ ਕਹਿੰਦਾ ਮੈਂ ਬੜਾ ਚੰਗਾ ਆ, ਬਾਕੀ ਸਾਰੇ ਹੀ ਮਾੜੇ ਨੇ। ਜਦੋਂ ਕਿਸੇ ਦੀ ਬੁਰਾਈ ਦੱਸਦੇ ਹੋ ਨਾ, ਆਪਣੇ ਆਪ ਨੂੰ ਵੱਡਾ ਦੱਸ ਕੇ ਕੋਈ ਦੂਸਰਾ ਬੁਰਾ ਆ, ਇਸ ਤਰ੍ਹਾਂ ਆ, ਆਪਣੇ ਆਪਣਾ ਇੱਕ ਬੜਾ ਉੱਚਾ ਲੈਵਲ ਬਣਾ ਲਿਆ ਜਾਂਦਾ ਆਪਣੇ ਮਨ ਦੇ ਖਿਆਲਾਂ ਵੀ ਮੈਂ ਹੀ ਵਧੀਆ, ਬਾਕੀ ਸਾਰੀ ਦੁਨੀਆ ਮਾੜੀ ਹੈ। ਰਿਸ਼ਤੇਦਾਰ ਵੀ ਮਾੜੇ ਨੇ, ਸਮਾਜ ਵੀ ਮਾੜਾ, ਸੁਸਾਇਟੀ, ਪੂਰੇ ਸੰਸਾਰ ਨੂੰ ਨਿੰਦਣ ਲੱਗ ਜਾਂਦਾ ਉਹ ਬੰਦਾ, ਸਾਰੇ ਹੀ ਮਾੜੇ ਨੇ, ਬਸ ਮੈਂ ਹੀ ਚੰਗਾ। ਔਰ ਕਹਿੰਦੇ ਨੇ ਫਿਰ ਉਹ ਅਨਫੇਅਰਲੀ ਚੀਜ਼ਾਂ ਨੂੰ ਜੱਜ ਕਰਨ ਲੱਗ ਜਾਂਦਾ, ਕਿਉਂਕਿ ਉਹਦਾ ਆਪਣਾ ਇਸ ਤਰ੍ਹਾਂ ਦਾ ਉਹਦਾ ਹੈਗਾ ਮਾਈਂਡਸੈਟ ਹੋ ਚੁੱਕਾ ਕਿ ਮੈਂ ਚੰਗਾ, ਬਾਕੀ ਸਾਰੇ ਮਾੜੇ ਨੇ। ਫਿਰ ਉਹਦੀ ਉਹ ਐਵੇਂ ਜੱਜ ਕਰੀ ਜਾਊਗਾ ਗਲਤ ਤਰੀਕੇ ਦੇ ਨਾਲ ਲੋਕਾਂ ਨੂੰ। ਫਿਰ ਇਹਦੇ ਵਿੱਚ ਕੀ ਹੁੰਦਾ, ਬੜਾ ਐਗਰੈਸਿਵ ਹੋ ਜਾਂਦਾ, ਖਿਜਿਆ ਰਹਿਣ ਲੱਗ ਜਾਂਦਾ, ਕ੍ਰੋਧ ਦੇ ਵਿੱਚ। ਇਸ ਤਰ੍ਹਾਂ ਫਿਰ ਉਹਦੀ ਇਹ ਆਦਤਾਂ ਡਿਵੈਲਪ ਹੋਣ ਲੱਗ ਜਾਂਦੀਆਂ, ਉਹਨੂੰ ਦੂਸਰੇ ਦੀ, ਕਿਸੇ ਦੀ ਅੱਛਾਈ ਨਹੀਂ ਨਜ਼ਰ ਆਉਂਦੀ। ਔਰ ਇੱਥੋਂ ਤੱਕ ਉਹਦਾ ਮਾਈਂਡਸੈਟ ਵੀ ਹੋ ਜਾਂਦਾ ਕਈ ਵਾਰ, ਆਪਣੇ ਆਪ ਨੂੰ ਇੰਨਾ ਉੱਚਾ ਸਮਝਣ ਲੱਗ ਜਾਂਦਾ, ਉਸ ਉੱਚਾ ਸਮਝਣ ਦਾ ਆਪਣੇ ਆਪ ਨੂੰ, ਔਰ ਫਿਰ ਉਹ ਸੰਤ ਲੋਕਾਂ ਦੀ ਜਾਂ ਜਿਹੜੀਆਂ ਹਾਇਰ ਸਪਿਰਿਟਸ ਨੇ ਉਹਨਾਂ ਨੂੰ ਸੀਕ ਕਰਨ ਲੱਗ ਜਾਂਦਾ, ਉਹਨਾਂ ਨੂੰ ਲੱਭਣ ਲੱਗ ਜਾਂਦਾ। ਇਸ ਕਾਰਨ ਨਹੀਂ ਕਿ ਮੇਰੀ ਸਪਿਰਿਚੁਅਲ ਗਰੋਥ ਹੋ ਜਾਵੇ, ਨਹੀਂ, ਉਹ ਸਮਝਦਾ ਹੀ ਆਪਣੇ ਆਪ ਨੂੰ ਬਹੁਤ ਉੱਚਾ ਆ। ਉਹ ਕਹਿੰਦਾ ਬਾਕੀ ਦੁਨੀਆ ਤਾਂ ਮੇਰੇ ਲੈਵਲ ਦੀ ਨਹੀਂ ਆ, ਸੋ ਇਹ ਲੋਕ ਮੇਰੇ ਲੈਵਲ ਦੇ ਨੇ। ਜਦੋਂ ਕਿ ਉਹਨੂੰ ਇਹ ਪਤਾ ਹੀ ਨਹੀਂ, ਜੇ ਮੈਂ ਦੁਨੀਆ ਦੀਆਂ ਸ਼ਿਕਾਇਤਾਂ ਕਰੀ ਜਾਂਦਾ, ਸਭ ਦੀਆਂ ਸ਼ਿਕਾਇਤਾਂ ਕਰੀ ਜਾਂਦਾ, ਤਾਂ ਪਹਿਲਾਂ ਤਾਂ ਮੈਂ ਹੀ ਜਕੜਿਆ ਹੋਇਆ ਇਸ ਆਪਣੇ ਜਾਲ ਦੇ ਵਿੱਚ। ਅਗਰ ਉਹ ਮਤਲਬ ਇਹ ਵੀ ਤੁਸੀਂ ਦੇਖੋ, ਕਈ ਵਾਰ ਉਹ ਧਾਰਮਿਕ ਲੋਕਾਂ ਨੂੰ ਸੀਕ ਕਰਦਾ ਸਿਰਫ ਇਸ ਕਾਰਨ ਕਿ ਇਹ ਮੇਰੇ ਲੈਵਲ ਦੇ ਨੇ, ਮਤਲਬ ਮੇਰਾ ਐਡਾ ਉੱਚਾ ਲੈਵਲ ਆ। ਇਹਨੂੰ ਬਰੀਕੀ ਨਾਲ ਸਮਝੋ, ਰਿਸਰਚਸ ਜਿਹੜੀਆਂ ਸਾਨੂੰ ਦੱਸ ਰਹੀਆਂ ਨੇ ਨਾ, ਇਹ ਸਾਡੇ ਮਨ ਦਾ ਹਾਲ ਦੱਸ ਰਹੀਆਂ ਨੇ। ਫਿਰ ਅਗਲਾ ਇਹ ਕਹਿੰਦੇ ਨੇ ਕਿ ਲੈਕ ਆਫ ਐਮਪਥੀ ਫॉर ਪੇਨ ਐਂਡ ਸਫਰਿੰਗ ਆਫ ਅਦਰਸ। ਹੁਣ ਇਹ ਕਹਿੰਦਾ ਵੀ ਮੈਂ ਹੀ ਦੁਨੀਆ 'ਚ ਸਭ ਤੋਂ ਜ਼ਿਆਦਾ ਦੁਖੀ ਹਾਂ, ਸਾਰੇ ਦੁੱਖ ਮੇਰੇ ਕੋਲ ਹੀ ਆ, ਪਰੇਸ਼ਾਨੀਆਂ ਸਾਰੀਆਂ ਮੈਨੂੰ ਹੀ ਆਈਆਂ ਜ਼ਿੰਦਗੀ ਵਿੱਚ। ਤੋ ਇੱਥੋਂ ਤੱਕ ਵੀ ਇਹ ਆਪਣੇ ਦੁੱਖਾਂ ਨੂੰ ਵੱਡਾ ਸਮਝੀ ਜਾਂਦਾ ਕਿ ਦੂਸਰਾ ਵੀ ਕੋਈ ਕਦੀ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਆਪਣਾ ਦੁੱਖ, ਉਹਦੇ ਦੁੱਖ ਨੂੰ ਤੁਸੀਂ ਫੀਲ ਹੀ ਨਹੀਂ ਕਰ ਪਾਉਂਦੇ ਵੀ ਇਹਨੂੰ ਵੀ ਕੋਈ ਦੁੱਖ ਆ, ਇਹਨੂੰ ਵੀ ਕੋਈ ਪਰੇਸ਼ਾਨੀ ਨਹੀਂ। ਤੁਸੀਂ ਕਹਿੰਦੇ ਬਸ ਮੈਂ ਹੀ ਵਿਚਾਰਾ, ਮੈਨੂੰ ਹੀ ਵਿਚਾਰਾ ਪੀੜਤ ਕਹੋ। ਤੁਸੀਂ ਉਹ ਚਾਹੁੰਦੇ ਹੋ ਦੂਸਰਿਆਂ ਦੇ ਕੋਲੋਂ। ਇਹ ਜਿਨ੍ਹਾਂ ਦਾ ਵਿਕਟਮ ਮਾਈਂਡਸੈਟ ਹੈ, ਉਹਨਾਂ ਦੀ ਗੱਲ ਹੋ ਰਹੀ ਹੈ। ਫਿਰ ਅਗਲਾ ਹੈਗਾ, ਕਹਿੰਦੇ ਫ੍ਰੀਕੁਐਂਟਲੀ ਥਿੰਕਿੰਗ ਅਬਾਊਟ ਪਾਸਟ ਵਿਕਟਾਈਮਾਈਜੇਸ਼ਨ। ਜਿਹੜੀਆਂ ਪਾਸਟ ਦੇ ਵਿੱਚ ਕੋਈ ਦੁਖਦਾਈ ਘਟਨਾਵਾਂ ਹੋਈਆਂ ਸੀ, ਬਸ ਉਹਨਾਂ ਨੂੰ ਹੀ ਸੋਚੀ ਜਾਂਦਾ ਹੈ, ਉਹਨਾਂ ਬਾਰੇ ਬਾਰ-ਬਾਰ। ਇੰਨੀ ਆਦਤ ਬਣ ਗਈ ਆ ਵੀ ਉਹ ਕਹਿੰਦੇ ਆ ਵੀ ਉਹਨਾਂ ਨੂੰ ਸੋਚ ਕੇ ਨੈਗੇਟਿਵ ਹੀ ਰਹਿਣ ਲੱਗ ਜਾਂਦਾ ਹੈ, ਉੱਥੇ ਹੀ ਇਹਦਾ ਦਿਮਾਗ ਪਹੁੰਚਦਾ ਹੈ। ਗੱਲ ਵੀ ਉਹੀ ਕਰੇਗਾ, ਚਰਚਾ ਵੀ ਉਹੀ ਕਰੇਗਾ, ਕਿਤੇ ਬੈਠ ਜਾਵੇ, ਕਿਤੇ ਕਰ ਜਾਵੇ ਵੀ ਮੇਰੇ ਨਾਲ ਆਹ ਹੋਇਆ ਸੀ, ਮੇਰੇ ਨਾਲ ਆਹ ਹੋਇਆ ਸੀ। ਇਕੱਲਾ ਵੀ ਆਪਣੇ ਮਨ ਵਿੱਚ, ਤਾਂ ਵੀ ਕਿਸੇ ਦੇ ਨਾਲ ਬੈਠ ਕੇ ਵੀ ਉਹੀ। ਤਾਂ ਇਹਦੇ ਵਿੱਚੋਂ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੈ ਸੰਗਤ ਜੀ। ਫਿਰ ਜਦੋਂ ਇਹਦੀ ਇਸ ਤਰ੍ਹਾਂ ਦੀ ਆਦਤ ਪੱਕ ਜਾਂਦੀ ਆ, ਉਹ ਕਹਿੰਦੇ ਬੇਸ਼ੱਕ ਕਰੰਟ ਲਾਈਫ ਵਿੱਚ ਇਹਦੇ ਨਾਲ ਕੁਝ ਵੀ ਨਹੀਂ ਬੁਰਾ ਹੋ ਰਿਹਾ, ਲੇਕਿਨ ਉਹ ਪਾਸਟ ਦੇ ਉਹਦੇ ਵਿੱਚ ਹੀ ਉਹ ਫਸਿਆ ਪਿਆ ਆ, ਨਿਕਲ ਹੀ ਨਹੀਂ ਪਾਉਂਦਾ ਉਹਦੇ ਵਿੱਚੋਂ। ਇਸ ਕਰਕੇ ਕਰੰਟ ਵਿੱਚ ਕੁਝ ਵੀ ਮਾੜਾ ਨਹੀਂ ਹੋ ਰਿਹਾ, ਪਰ ਪ੍ਰੈਜ਼ੈਂਟ ਵਿੱਚ ਉਹ ਦੁਖੀ ਹੈ ਪੁਰਾਣੀਆਂ ਯਾਦਾਂ ਵਿੱਚ ਫਸਿਆ ਹੋਣ ਕਰਕੇ।
ਸੋ ਆਪਣੀ ਲਾਈਫ ਨੂੰ ਉਹ ਇੰਜੋਏ ਨਹੀਂ ਕਰ ਰਿਹਾ, ਉਹਦੀ ਗਰੋਥ ਨਹੀਂ ਹੋ ਰਹੀ ਕਿਸੇ ਵੀ ਤਰ੍ਹਾਂ, ਉਲਟਾ ਉਹ ਦੂਸਰਿਆਂ ਕੋਲੋਂ ਚਾਹੁੰਦਾ ਵੀ ਮੈਨੂੰ ਵਿਚਾਰਾ ਕਰਨ, ਮੈਨੂੰ ਪੀੜਤ ਕਰਨ, ਹਾਏ ਵਿਚਾਰੇ ਨਾਲ ਕੀ ਹੋਇਆ, ਹਾਏ ਵਿਚਾਰੀ ਨਾਲ ਕੀ ਹੋਇਆ, ਇਸ ਤਰ੍ਹਾਂ ਇਹ ਲੱਭਦਾ ਹੈ। ਫਿਰ ਕਹਿੰਦੇ ਇਹਦੇ ਨਾਲ ਕੀ ਹੁੰਦਾ, ਇਹਦੇ ਵਿੱਚੋਂ ਅੰਦਰੋਂ ਮੋਟੀਵੇਸ਼ਨ ਖਤਮ ਹੋ ਜਾਂਦੀ ਹੈ, ਮੋਟੀਵੇਸ਼ਨ ਵੀ ਖਤਮ ਹੋ ਜਾਂਦੀ, ਫॉरगिवनेस ਵੀ ਖਤਮ ਹੋ ਜਾਂਦੀ ਹੈ, ਮਾਫ ਹੀ ਨਹੀਂ ਕਰ ਪਾਉਂਦਾ, ਕਿਉਂਕਿ ਫਸਿਆ ਹੈ ਉਸੇ ਨੈਗੇਟਿਵਿਟੀ ਵਿੱਚ, ਆ ਹੋਇਆ ਸੀ ਮੇਰੇ ਨਾਲ, ਆ ਹੋਇਆ ਸੀ। ਤੋ ਇਹ ਬਹੁਤ ਸਾਡੀ ਜ਼ਿੰਦਗੀ ਦੇ ਲਈ ਉਹਨਾਂ ਨੇ ਕਿਹਾ ਇਹ ਬਹੁਤ ਮਾੜਾ ਗਲਤ ਸਾਡਾ ਐਟੀਟਿਊਡ ਆ, ਮਾਈਂਡ ਸੈਟ ਸਾਡਾ ਠੀਕ ਨਹੀਂ, ਇਹਦੇ ਤੇ ਸਾਨੂੰ ਫੋਕਸ ਕਰਨਾ ਪਏਗਾ, ਧਿਆਨ ਦੇਣਾ ਪਵੇਗਾ, ਇਹਨੂੰ ਇਗਨੋਰ ਨਾ ਕਰੋ। ਅਗਰ ਤੁਹਾਡੀ ਸੋਚ ਇਸ ਤਰ੍ਹਾਂ ਦੀ ਹੈ, ਤੁਹਾਡੀ ਕਦੀ ਵੀ ਉਹ ਕਹਿੰਦੇ ਆ ਗਰੋਥ ਨਹੀਂ ਹੋ ਪਾਣੀ, ਕਿਸੇ ਵੀ ਜ਼ਿੰਦਗੀ ਦੇ ਪਹਿਲੂ ਵਿੱਚ ਤੁਹਾਡੀ ਗਰੋਥ ਨਹੀਂ ਹੋ ਪਾਣੀ ਅਗਰ ਤੁਸੀਂ ਨੈਗੇਟਿਵਿਟੀ ਵਿੱਚ ਸਟਕ ਹੋ ਔਰ ਵਿਕਟਮ ਮਾਈਂਡਸੈਟ ਵਾਲੇ ਹੋ ਅਗਰ ਤੁਸੀਂ। ਸੋ ਇਹ ਕਿੰਨਾ ਕੁ ਸਾਨੂੰ ਧਿਆਨ ਰੱਖਣਾ ਚਾਹੀਦਾ ਇੱਥੇ ਸੰਗਤ ਜੀ। ਫਿਰ ਉਹ ਕਹਿੰਦੇ ਨੇ ਕਿ ਇਹ ਜਿਹੜੇ ਆ ਇਸ ਤਰ੍ਹਾਂ ਦੇ ਨੇ, ਇੰਨਾ ਆਪਣਾ ਮਾਈਂਡਸੈਟ ਇਹਨਾਂ ਦਾ ਇੰਨਾ ਡਿਵੈਲਪ ਹੋ ਜਾਂਦਾ ਆ, ਤੇ ਕਈ ਵਾਰ ਕੀ ਹੁੰਦਾ ਆ ਕਿ ਹੋਇਆ ਹੀ ਨਹੀਂ ਹੁੰਦਾ ਬੁਰਾ, ਇਮੈਜੀਨੇਸ਼ਨ ਦੇ ਵਿੱਚ ਹੀ ਆਪਣੇ ਆਪ ਨੂੰ ਸੋਚੀ ਜਾਂਦਾ ਮੇਰੇ ਨਾਲ ਆ ਹੋਇਆ ਸੀ, ਕਿਸੇ ਦੀ ਕੋਈ ਇੰਟੈਂਸ਼ਨ ਨਹੀਂ ਸੀ ਉਸ ਤਰ੍ਹਾਂ ਦੀ, ਕੁਝ ਆਪਣੇ ਆਪ ਲਈ ਬਣਾ ਲਿਆ ਉਹ, ਕਿਉਂਕਿ ਉਹਨੂੰ ਚਾਹੁੰਦਾ ਦੂਸਰਿਆਂ ਕੋਲੋਂ ਸਿੰਪਥੀ, ਮੈਂ ਦੂਸਰਿਆਂ ਨੂੰ ਦੱਸ ਕੇ ਇਵੇਂ ਕਰਾਂ, ਮੈਨੂੰ ਚੰਗਾ ਕਹਿਣ, ਉਹਨਾਂ ਨੂੰ ਮਾੜਾ ਕਹਿਣ, ਇਸ ਤਰ੍ਹਾਂ ਹੋਇਆ ਨਹੀਂ ਹੁੰਦਾ। ਵੈਸੇ ਹੀ ਬੁਰਾਈ ਨੂੰ ਇਹੀ ਚੁਗਲੀ ਨਿੰਦਿਆ ਬੁਰਾਈ ਕਹਿੰਦੇ ਨੇ। ਫਿਰ ਕਹਿੰਦੇ ਮੈਮਰੀ ਬਾਇਸ ਵੀ ਹੋ ਜਾਂਦਾ ਹੈ। ਸੋ ਉਹ ਮੈਮਰੀ ਬਾਇਸ ਦੇ ਵਿੱਚ ਕੀ ਆ ਕਿ ਜਿਹਨੇ ਤੁਹਾਡੇ ਨਾਲ ਚਲੋ ਕਦੀ ਮਾੜਾ ਕੀਤਾ, ਇਹ ਨਹੀਂ ਕਿ ਨਹੀਂ ਹੋਇਆ ਹੁੰਦਾ ਜ਼ਿੰਦਗੀ ਵਿੱਚ, ਕਈ ਵਾਰ ਹੋਇਆ ਵੀ ਹੁੰਦਾ, ਕਿਸੇ ਨੇ ਤੁਹਾਡੇ ਨਾਲ ਮਾੜਾ ਵੀ ਕੀਤਾ ਹੁੰਦਾ, ਉਹਦਾ ਬਿਹੇਵੀਅਰ ਨਹੀਂ ਅੱਛਾ ਹੁੰਦਾ, ਜੋ ਕੁਝ ਵੀ ਤੁਹਾਡੇ ਨਾਲ ਕੀਤਾ ਹੁੰਦਾ, ਪਰ ਉਸ ਬੰਦੇ ਨੇ ਕਦੀ ਅੱਛਾ ਵੀ ਕੀਤਾ ਹੋਵੇਗਾ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ, ਤੁਸੀਂ ਉਹਦੀਆਂ ਅੱਛਾਈਆਂ ਦੇਖਣੀਆਂ ਹੀ ਨਹੀਂ, ਫਿਰ ਸਿਰਫ ਉਹਦੀ ਬੁਰਾਈ ਤੇ ਫੋਕਸ ਕਰਕੇ ਉਸੇ ਚੀਜ਼ ਨੂੰ ਚਰਚਾ। ਇਹ ਤਾਂ ਆਮ ਅਸੀਂ ਕਹਾਵਤ ਸੁਣੀ ਆ ਨਾ, ਕਹਿੰਦੇ ਹਸਾਏ ਦਾ ਨਾਮ ਨਹੀਂ, ਰੋਏ ਦਾ ਨਾਮ ਪਹਿਲਾਂ। ਸੋ ਇਹ ਅਸੀਂ ਧਿਆਨ ਰੱਖੀਏ। ਫਿਰ ਅਗਲਾ ਕਹਿੰਦੇ ਨੇ ਆ ਵੀ ਯੂ ਹੈਵ ਹੈਬਿਟ ਆਫ ਬਲੇਮਿੰਗ ਅਦਰਸ, ਤੁਹਾਨੂੰ ਆਦਤ ਬਣ ਜਾਂਦੀ ਆ ਦੂਸਰਿਆਂ ਨੂੰ ਬਲੇਮ ਕਰੀ ਜਾਣਾ। ਮੇਰੇ ਮਾਂ-ਬਾਪ ਨਹੀਂ ਸੀ ਚੰਗੇ, ਉਹਨਾਂ ਨੇ ਤੁਹਾਨੂੰ ਠੀਕ ਤਰ੍ਹਾਂ ਨਹੀਂ ਪਾਲਿਆ, ਮੈਨੂੰ ਨਹੀਂ ਉਹਨਾਂ ਨੇ ਹੈਲਪ ਕੀਤੀ, ਨਹੀਂ ਤਾਂ ਅੱਜ ਮੇਰਾ ਕਰੀਅਰ ਕੁਝ ਹੋਰ ਹੋਣਾ ਸੀ, ਮੇਰੀ ਭੈਣ ਦੀਆਂ ਆਦਤਾਂ ਨਹੀਂ ਚੰਗੀਆਂ, ਮੇਰੇ ਭਰਾ ਦੀਆਂ ਨਹੀਂ ਚੰਗੀਆਂ, ਉਹ ਮੇਰੀ ਸੱਸ, ਮੇਰੀ ਨਨਾਣ, ਸਾਡੀ ਨੂੰਹ ਨਹੀਂ ਚੰਗੀ ਆਈ, ਮਤਲਬ ਬਲੇਮ ਹੀ ਕਰੀ ਜਾਣਾ। ਹੋਰ ਇੱਥੋਂ ਛੱਡਣਾ ਰਿਸ਼ਤੇਦਾਰਾਂ ਨੂੰ, ਸੋਸਾਇਟੀ ਨੂੰ ਬਲੇਮ, ਇੱਥੋਂ ਤੱਕ ਰੱਬ ਨੂੰ ਵੀ ਉਲਾਮੇ, ਰੱਬਾ ਮੈਂ ਤਾਂ ਕਦੀ ਕਿਸੇ ਨਾਲ ਬੁਰਾ ਨਹੀਂ ਕੀਤਾ, ਫਿਰ ਮੇਰੇ ਨਾਲ ਇਹ ਕਿਉਂ ਕਰ ਦਿੱਤਾ। ਸੋ ਇਹ ਬਹੁਤ ਗੰਦੀ ਆਦਤ ਆ। ਉਹ ਕਹਿੰਦੇ ਫਿਰ ਇਹ ਕੀ ਕਰਦਾ, ਕਿਉਂਕਿ ਇਹ ਦੂਸਰਿਆਂ ਤੇ ਪਾਈ ਜਾਂਦਾ, ਉਹਦੇ ਕਾਰਨ ਮੇਰੇ ਜੀਵਨ ਵਿੱਚ ਆ ਇਸ ਤਰ੍ਹਾਂ ਆਪਣੀ ਰਿਸਪੌਂਸਿਬਿਲਟੀ ਲੈਣਾ ਬੰਦ ਕਰ ਦਿੰਦਾ ਆ, ਉਹਦੇ ਕਾਰਨ ਆ ਮੇਰੇ ਜੀਵਨ ਵਿੱਚ, ਉਹਦੇ ਕਾਰਨ ਮੈਂ ਦੁਖੀ ਹਾਂ। ਆਪਣੀ ਰਿਸਪੌਂਸਿਬਿਲਟੀ ਨਹੀਂ ਲੈਂਦਾ ਕਿ ਮੈਂ ਆਪਣੇ ਵਿਚਾਰਾਂ ਦੇ ਕਾਰਨ ਦੁਖੀ ਹਾਂ, ਆਪਣੀ ਸੋਚ ਦੇ ਕਾਰਨ ਦੁਖੀ ਹਾਂ, ਮੈਂ ਇਹਦੇ ਵਿੱਚੋਂ ਨਿਕਲਾਂ ਬਾਹਰ। ਸੋ ਦੂਸਰਿਆਂ ਦੀਆਂ ਗਲਤੀਆਂ ਕੱਢੀ ਜਾਣੀਆਂ। ਇਹ ਤੋਂ ਅਗਲਾ ਹੈਗਾ ਯੂ ਅਟਰੈਕਟ ਪੀਪਲ ਲਾਈਕ ਯੂ ਹੂ ਕੰਪਲੇਨ ਐਂਡ ਬਲੇਮ ਅਦਰਸ। ਫਿਰ ਤੁਸੀਂ ਉਹਨਾਂ ਲੋਕਾਂ ਨੂੰ ਅਟਰੈਕਟ ਕਰ ਲੈਂਦੇ ਹੋ ਆਪਣੇ ਵੱਲ, ਜਿਨ੍ਹਾਂ ਨਾਲ ਬੈਠ ਕੇ ਤੁਹਾਨੂੰ ਚੰਗਾ ਲੱਗਦਾ ਦੂਸਰਿਆਂ ਦਾ ਬਲੇਮ ਕਰੀਏ, ਚੁਗਲੀ ਨਿੰਦਿਆ ਬੁਰਾਈ ਕਰੀਏ। ਲੇਡੀਜ਼ ਦਾ ਗਰੁੱਪ ਕਈ ਵਾਰ ਬਣਿਆ ਨਹੀਂ ਹੁੰਦਾ, ਉਹ ਆਪਣੀ ਸੱਸ ਦੀ ਕਰੂਗੀ, ਉਹ ਆਪਣੀ ਨੂੰਹ ਦੀ ਕਰੂਗੀ, ਉਹ ਆਪਣੇ ਫਲਾਣੇ ਧਮਕਾਨੇ ਦੀ ਕਰੂ, ਆਪਣੀ ਜੈਂਟਸ ਵੀ ਕਰਦੇ ਨੇ, ਇਕੱਲੀਆਂ ਲੇਡੀਜ਼ ਨਹੀਂ ਕਰਦੀਆਂ, ਇਹ ਨਾ ਸੋਚੋ ਵੀ ਉਹ ਵੀ ਕਰਦੇ ਨੇ, ਕਿਉਂਕਿ ਉਹਨਾਂ ਨੇ ਰੇਸ਼ੋ ਨਹੀਂ ਦੱਸੀ ਰਿਸਰਚਰਸ ਦੇ ਵਿੱਚ ਕਿ ਲੇਡੀਜ਼ ਜ਼ਿਆਦਾ ਕਰਦੀਆਂ ਨੇ, ਇਸ ਤਰ੍ਹਾਂ ਨਹੀਂ, ਸਿਰਫ ਉਹ ਕਹਿ ਦਿੰਦੇ ਵੀ ਬੀਬੀਆਂ ਕਰਦੀਆਂ, ਸਾਰੇ ਕਰਦੇ ਨੇ, ਸਾਰੇ ਮੀਨਸ ਵੀ ਜਿਹੜੇ ਇਸ ਮਾਈਂਡ ਸੈਟ ਵਾਲੇ ਨੇ। ਸੋ ਇਹ ਧਿਆਨ ਰੱਖਣਾ ਸੰਗਤ ਜੀ। ਸੋ ਉਹ ਕਹਿੰਦੇ ਤੁਸੀਂ ਕਿਉਂਕਿ ਆਪਣੇ ਵਰਗੇ ਲੋਕਾਂ ਨੂੰ ਫਿਰ ਅਟਰੈਕਟ ਕਰੀ ਜਾਂਦੇ ਹੋ ਆਪਣੀ ਲਾਈਫ ਦੇ ਵਿੱਚ, ਇਹ ਤੁਸੀਂ ਇੱਕ ਜਾਲ ਦੇ ਵਿੱਚ ਫਸ ਜਾਂਦੇ ਹੋ।
ਇਸ ਵਿੱਚੋਂ ਬਾਹਰ ਨਿਕਲੋ। ਤਾਂ ਹੁਣ ਕੀ ਸੋਲੂਸ਼ਨ ਕੀ ਨੇ ਇਹਨਾਂ ਦੇ? ਸੋਲੂਸ਼ਨ ਸਭ ਤੋਂ ਪਹਿਲਾਂ ਕਹਿੰਦੇ ਆਇਡੈਂਟੀਫਾਈ ਕਰੋ, ਕਿਉਂਕਿ ਇਸ ਦਾ ਮੰਨਦੇ ਹੀ ਨਹੀਂ, ਮੈਂ ਤਾਂ ਕਹਿੰਦੇ ਮੈਂ ਹੀ ਠੀਕ ਹਾਂ। ਆਇਡੈਂਟੀਫਾਈ ਕਰੋ, ਬੈਠ ਕੇ ਸੋਚੋ ਵੀ ਤੁਸੀਂ ਪਰੇਸ਼ਾਨ ਕਿਸ ਚੀਜ਼ ਤੋਂ ਅੰਦਰੋਂ। ਇੱਕ ਗੱਲ ਹੋ ਸਕਦੀ, ਦੋ ਘਟਨਾਵਾਂ ਹੋ ਸਕਦੀਆਂ, 3 4। ਪਹਿਲਾਂ ਤਾਂ ਉਹਨਾਂ ਨੂੰ ਆਇਡੈਂਟੀਫਾਈ ਕਰੋ। ਫਿਰ ਸੋਰਸ ਕੀ ਆ ਤੁਹਾਡੇ ਦੁੱਖ ਦਾ, ਕਿਉਂ ਦੁਖੀ ਹੋ ਤੁਸੀਂ। ਤੇ ਸੈਕੰਡ ਹੈਗਾ ਟੇਕ ਰਿਸਪੌਂਸਿਬਿਲਟੀ ਆਫ ਯੂਰ ਲਾਈਫ। ਆਪਣੀ ਜ਼ਿੰਦਗੀ ਦੀ ਰਿਸਪੌਂਸਿਬਿਲਟੀ ਲਓ, ਓਨਰਸ਼ਿਪ ਲਓ ਆਪਣੀ, ਆਪਣੇ ਕੋਲ। ਓਨਰਸ਼ਿਪ ਦੇ ਵਿੱਚ ਕੀ ਆ ਜਾਂਦਾ? ਆਪਣੇ ਥਾਟਸ, ਆਪਣੀਆਂ ਫੀਲਿੰਗਸ ਔਰ ਆਪਣੀ ਹੈਪੀਨੈਸ ਦੇ ਲਈ ਤੁਸੀਂ ਖੁਦ ਹੀ ਜ਼ਿੰਮੇਵਾਰ ਹੋ। ਤੁਹਾਡੀ ਜ਼ਿੰਦਗੀ ਹੈ। ਆਪਣੀ ਸੋਚ ਨੂੰ ਬਦਲੋ, ਆਪਣੀਆਂ ਫੀਲਿੰਗਸ ਨੂੰ ਬਦਲੋ ਔਰ ਹੈਪੀਨੈਸ ਸੀਕ ਕਰੋ। ਤੁਹਾਨੂੰ ਕਿਵੇਂ ਮਿਲ ਸਕਦੀ ਹੈ? ਦੂਸਰਿਆਂ ਦੀ ਸਿੰਪਥੀ ਵਿੱਚੋਂ ਨਾ ਲੱਭੋ ਤੁਸੀਂ ਵਿਚਾਰਾ ਜਿਹਾ ਬਣ ਕੇ, ਪੀੜਤ ਜਿਹਾ ਬਣ ਕੇ, ਵਿਕਟਮ ਬਣ ਕੇ ਨਾ ਲੱਭੋ। ਸੋ ਆਪਣੇ ਆਪ ਨੂੰ ਇੰਪਾਵਰ ਕਰੋ। ਜਿਹੜੀ ਤੁਹਾਡੀ ਆਤਮ ਨਿਰਭਰਤਾ ਹੈ, ਸੈਲਫ ਰਿਲਾਇੰਸ ਆ, ਉਹਨੂੰ ਤੁਸੀਂ ਜਾਗਰਤ ਕਰੋ ਆਪਣੇ ਅੰਦਰ। ਸੋ ਕਹਿੰਦੇ ਨੇ ਦੂਸਰਿਆਂ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ, ਖੁਦ ਦੇ ਥਾਟਸ, ਖੁਦ ਦੀਆਂ ਫੀਲਿੰਗਸ ਨੂੰ ਬਦਲ ਲਓ। ਤੁਸੀਂ ਜ਼ਿੰਦਗੀ ਨੂੰ ਇੰਜੋਏ ਕਰੋਗੇ। ਫਿਰ ਅਗਲਾ ਇਹ ਕਹਿੰਦੇ ਨੇ ਕਿ ਐਟੀਟਿਊਡ ਆਫ ਗ੍ਰੈਟੀਟਿਊਡ, ਇਹਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਓ। ਕਿਉਂਕਿ ਜਦੋਂ ਤੁਸੀਂ ਵਿਕਟਮ ਫੀਲ ਕਰਦੇ ਹੋ, ਤੁਸੀਂ ਲੈਕ ਫੀਲ ਕਰਦੇ ਹੋ, ਕਮੀ ਨੂੰ ਮਹਿਸੂਸ ਕਰਦੇ ਹੋ ਨਾ। ਤਾਂ ਉਹ ਕਹਿੰਦੇ ਨੇ ਵੀ ਜਿਹੜਾ ਲੈਕਿੰਗ ਫੀਲ ਕਰਦੇ ਹੋ, ਇਹਦਾ ਆਪੋਜ਼ਿਟ ਕੀ ਹੈ? ਅਬੰਡੈਂਸ। ਅਬੰਡੈਂਸ ਕਿਵੇਂ ਆਵੇਗਾ, ਕਿਵੇਂ ਫੀਲ ਕਰੋਗੇ? ਐਟੀਟਿਊਡ ਆਫ ਗ੍ਰੈਟੀਟਿਊਡ ਦੇ ਨਾਲ, ਸ਼ੁਕਰਾਨੇ ਦੇ ਭਾਵ ਦੇ ਨਾਲ। ਬਿਮਾਰੀ ਵੀ ਅਗਰ ਆ ਗਈ, ਹੁਣ ਸਿੰਪਥੀ ਨਾ ਦੂਸਰਿਆਂ ਤੋਂ ਲੱਭੀ ਜਾਓ, ਉਹਦੇ ਵਿੱਚ ਸ਼ੁਕਰਾਨਾ ਕਰੋ। ਬਿਮਾਰੀ ਆਈ, ਦਾ ਇਲਾਜ ਵੀ ਹੈਗਾ। ਕਿੰਨੇ ਲੋਕ ਠੀਕ ਹੋ ਗਏ ਬਿਮਾਰੀ ਤੋਂ ਬਾਅਦ, ਮੈਂ ਵੀ ਠੀਕ ਹੋ ਜਾਣਾ। ਇਹ ਨਹੀਂ ਹਾਏ ਮੇਰੇ ਕੋ ਤਾਂ ਉੱਠ ਨਹੀਂ ਹੁੰਦਾ, ਹਿੱਲ ਨਹੀਂ ਹੁੰਦਾ, ਇਹ ਨਹੀਂ ਵਿਚਾਰੇ ਬਣਨਾ। ਕੋਈ ਵੀ ਘਟਨਾ ਹੋ ਗਈ ਹੈ, ਹੁਣ ਉਹਨੂੰ ਕੱਟੋ, ਉਹ ਤੋਂ ਬਾਹਰ ਨਿਕਲੋ। ਫਿਰ ਕਹਿੰਦੇ ਥਿੰਕ ਪੋਜ਼ਿਟਿਵ, ਚੜ੍ਹਦੀਆਂ ਕਲਾ ਵਾਲੀ ਸੋਚ ਰੱਖੋ। ਹੁਣ ਕਿਹਦੇ ਲਈ ਸੋਚਣਾ? ਕਿਉਂਕਿ ਜਿਨ੍ਹਾਂ ਨੇ ਤੁਹਾਨੂੰ ਪ੍ਰੋਬਲਮ ਦਿੱਤੀ ਸੀ, ਉੱਥੇ ਹੀ ਹੁੰਦਾ ਨਾ ਤੁਸੀਂ, ਜਿਸ ਚੀਜ਼ ਦੇ ਵਿੱਚ ਤੁਸੀਂ ਫਸੇ ਹੋਏ ਹੋ, ਉਹਦੇ ਵਿੱਚ ਇਹ ਚੀਜ਼ ਲੈ ਕੇ ਆਣੀ। ਉਹਦੀ ਫਿਰ ਕਹਿੰਦੇ ਕੀ ਕਰੋ ਵੀ ਤੁਸੀਂ, ਕਿਉਂਕਿ ਤੁਸੀਂ ਤਾਂ ਵਿਕਟਮ ਮਾਈਂਡਸੈਟ ਤੁਹਾਡਾ ਹੋ ਚੁੱਕਾ ਹੈ, ਤੁਸੀਂ ਤਾਂ ਬੁਰਾਈ ਦੇਖੀ ਜਾਣੀ ਹੈ। ਜਿਹਨੇ ਨਾ ਤੁਹਾਡੇ ਨਾਲ ਬੁਰਾ ਕੀਤਾ, ਉਹਦੀ ਤੁਸੀਂ ਬੁਰਾਈ ਹੀ ਦੇਖੀ ਜਾਣੀ। ਪਰ ਹੁਣ ਤੁਸੀਂ ਕੀ ਕਰੋ? ਉਹਦੇ ਜੀਵਨ ਨੂੰ ਦੇਖੋ ਦੂਸਰੇ ਨਜ਼ਰੀਏ ਦੇ ਨਾਲ। ਕੁਝ ਲੋਕਾਂ ਲਈ ਅੱਛਾ ਵੀ ਹੋਵੇਗਾ, ਕੁਝ ਲੋਕ ਉਹਨੂੰ ਪਸੰਦ ਵੀ ਕਰਦੇ ਹੋਣਗੇ, ਤੁਸੀਂ ਬੇਸ਼ੱਕ ਨਹੀਂ ਕਰਦੇ। ਹੁਣ ਉਹਦੇ ਕਿਹੜੇ ਗੁਣਾਂ ਨੂੰ ਲੋਕ ਪਸੰਦ ਕਰਦੇ ਆ ਉਹਨੂੰ, ਉਹ ਲਿਖੋ। ਕਹਿੰਦੇ ਲਿਖੋ, ਉਹਦੀਆਂ ਅੱਛਾਈਆਂ ਲਿਖਣੀਆਂ ਸ਼ੁਰੂ ਕਰੋ। ਜਦੋਂ ਲਿਖੋਗੇ ਤੁਹਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਜਾਣਗੀਆਂ ਔਰ ਤੁਸੀਂ ਵਿਕਟਮ ਮਾਈਂਡਸੈਟ ਵਿੱਚੋਂ ਬਾਹਰ ਆ ਜਾਓਗੇ। ਹਾਲੇ ਤਾਂ ਉਹਨੂੰ ਬਲੇਮ ਕਰੀ ਜਾਂਦੇ ਹੋ, ਉਹਨੂੰ ਕੋਸੀ ਜਾਂਦੇ ਹੋ, ਉਹ ਛੱਡ ਕੇ ਤੁਸੀਂ ਉਹਦੀਆਂ ਅੱਛਾਈਆਂ ਵੀ ਦੇਖਣ ਲੱਗ ਜਾਓਗੇ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਆ, ਗੁਣਾਂ ਦੀ ਸਾਂਝ ਪਾਓ, ਗੁਣਾ ਕਹਾਵੇ ਵਾਸਲਾ ਕੱਢ ਬਾਸ ਲਈਜੈ। ਜੇ ਗੁਣ ਹੋਵਣ ਸਾਂਝ ਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵਗੁਣ ਚਲੀਏ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮਲੀਏ। ਜਿੱਥੇ ਜਾਏ ਵਹੀ ਹੈ ਭਲਾ ਕਹੀਏ। ਮੈਂ ਤਾਂ ਸਾਰਾ ਨਿਚੋੜ ਇਸੇ ਸ਼ਬਦ ਵਿੱਚ ਇਹਦਾ ਦੇਖ ਲਿਆ ਵੀ ਜਿੱਥੇ ਜਾਏ ਵਹੀਏ ਭਲਾ ਕਹੀਏ। ਭਲਾ ਭਲਾ, ਭਲੀਆਂ ਭਲੀਆਂ, ਚੰਗੀਆਂ ਚੰਗੀਆਂ ਗੱਲਾਂ ਕਰੋ। ਝੋਲ ਅੰਮ੍ਰਿਤ ਪੀਜੈ, ਗੁਣਾ ਕਹੋਵੇ ਵਾਸਲਾ ਕੱਢ ਬਾਸ ਲੀਜੈ। ਸਾਰੇ ਹੀ ਚੰਗੇ ਨੇ, ਇਹ ਭਲਾ ਕਹੋ। ਸਾਰਾ ਸੰਸਾਰ ਭਲਾ, ਸਾਰਾ ਜਗਤ ਭਲਾ, ਸੁਸਾਇਟੀ ਭਲੀ, ਲੋਕ ਭਲੇ। ਭਲਾ ਦੇਖੋਗੇ ਤੁਸੀਂ, ਭਲਾ ਅਟਰੈਕਟ ਕਰਨ ਲੱਗ ਜਾਓਗੇ ਆਪਣੇ ਵੱਲ। ਬੁਰਾਈਆਂ ਦੇਖੋਗੇ, ਬੁਰਾਈਆਂ ਨੂੰ ਹੀ ਅਟਰੈਕਟ ਕਰੋਗੇ।
तो संगत जी ये यूनिवर्सिटीज़ ने सानू बड़ा एक बड़ी सुंदर गल दसी इन्होंने, ये न्यूयॉर्क यूनिवर्सिटी के इत्थे दे साइकोलॉजिस्ट ने एरिएला वी, ये कहते ने जो भी तुसी सोचते हो, जो भी तुसी बोलते हो, चाहे किसी दे नाल, चाहे अपने नाल, चाहे सोसाइटी विच बैठ के, ग्रुप विच बैठ के, जो भी बोलते हो, जो भी तुसी सोचते हो, तो तुसी उसी चीज़ नू अट्रैक्ट कर रहे हो और तुसी अपनी भविष्यवाणी कर रहे हो। इनू इन्होंने नाम दिया सैल्फ फुलफिलिंग प्रोफेसी। सो इस करके तुसी किहो जिहा अपना फ्यूचर चाहते हो, यूनिवर्सिटी कह रही है न्यूयॉर्क यूनिवर्सिटी, तुसी अपना फ्यूचर किहो जिहा चाहते हो, उहो जिहा सोचो, उहो जिहा बोलो, उहो जी चर्चा करो। तंदुरुस्त चाहते हो, हैल्थी फूड दीयां गल्लां करो, तंदुरुस्ती दीयां गल्लां करो, जिन्हां ने शरीर अपना बहुत फिट रखिया उन्हां दी गल करो, तुहाडे भी तुहानू मोटिवेशन भी मिले और तुसी उस चीज़ नू अट्रैक्ट करो अपनी लाइफ दे विच। अच्छाइयां दी गल करो किसी दी, ताकि तुहाडे जीवन विच भी अच्छा आ जाए। फॉरगिव करो, दूसरे नू भी इदां दी गल करो भी मैं माफ़ कर दिता, तुसी भी करो। ना कि तू भी रिजेंटमेंट ना सिखाओ, ना सिखो अपने आप नू। ਅਸੀਂ ਆਪਣੇ ਆਪ ਨੂੰ ਸਿਖਾ ਰਹੇ ਹਾਂ। ਸੋ ਇੱਕ ਬੜੀ ਇਹਨਾਂ ਨੇ ਹੋਰ ਸੁੰਦਰ ਗੱਲ ਕਹੀ ਹੈ। ਇਹ ਕਹਿੰਦੇ ਨੇ ਸਾਈਕੋਲੋਜਿਸਟ ਕਹਿੰਦੇ ਨੇ ਕਿ ਜਿਹੜੀ ਤੁਹਾਨੂੰ ਸਿੰਪਥੀ ਮਿਲ ਰਹੀ ਉਹਨੂੰ ਇੰਜੋਏ ਨਾ ਕਰੋ। ਕਿਸੇ ਦੀ ਸਿੰਪਥੀ ਨੂੰ ਲੈ ਕੇ ਉਹਨੂੰ ਇੰਜੋਏ ਨਾ ਕਰੋ, ਰੋਂਦੂ ਜਿਹੇ ਨਾ ਬਣੋ, ਵਿਚਾਰੇ ਜਿਹੇ ਨਾ ਬਣੋ। ਕੋਈ ਇੱਕ ਦਿਨ, ਕੋਈ 2 ਦਿਨ, ਕੋਈ 4 ਦਿਨ ਤੁਹਾਡੀ ਗੱਲ ਸੁਣ ਲਏਗਾ ਦੁੱਖਾਂ ਦੀ, ਉਸ ਤੋਂ ਬਾਅਦ ਤੁਹਾਡੇ ਕੋਲ ਸਾਰੇ ਦੂਰ ਹੋਣ ਲੱਗ ਜਾਣਗੇ। ਇਹਦਾ ਤਾਂ ਕੰਮ ਹੀ ਇਹੀ ਹੈ। ਦੇਖ ਲਓ ਇਸੇ ਤਰ੍ਹਾਂ ਹੀ ਹੁੰਦਾ, ਜਿਹੜੇ ਹੱਸਦੇ ਖੇਡਦੇ ਨੇ ਨਾ, ਐਨਰਜੀ ਵਾਲੇ ਹੁੰਦੇ ਨੇ, ਉਹਨਾਂ ਦੇ ਕੋਲ ਸਾਰੇ ਜਾਂਦੇ ਨੇ, ਨੈਗੇਟਿਵ ਬੰਦੇ ਕੋਲ ਸਾਰੇ ਦੂਰ ਹੋਣ ਲੱਗ ਜਾਂਦੇ ਨੇ। ਇਹ ਧਿਆਨ ਰੱਖਿਓ। ਹੋਰ ਇਹ ਕਹਿ ਰਹੇ ਨੇ ਕਿ ਔਰ ਜਦੋਂ ਤੁਸੀਂ ਆਪਣੇ ਦੁੱਖੜੇ ਰੋਂਦੇ ਹੋ ਨਾ, ਤੇ ਅੱਧੇ ਲੋਕ ਤਾਂ ਖੁਸ਼ ਹੁੰਦੇ ਨੇ ਤੁਹਾਡੇ ਦੁੱਖਾਂ 'ਚ। ਇਹ ਰਿਸਰਚਰਸ ਕਹਿ ਰਹੀਆਂ ਨੇ ਇਦਾਂ ਦਾ ਮਾਈਂਡਸੈਟ ਹੈ ਦੁਨੀਆ ਦਾ। ਔਰ ਅੱਧੇ ਲੋਕ ਤੁਹਾਨੂੰ ਸੁਣਨਾ ਹੀ ਨਹੀਂ ਚਾਹੁੰਦੇ, ਮੈਨੇ ਤਾਂ ਇਹੀ ਗੱਲ ਕਰੀ ਜਾਣੀ ਹੈ। ਫਿਰ ਕਿਉਂ ਕਰੀਏ ਅਸੀਂ ਇਹੋ ਜਿਹੀਆਂ ਗੱਲਾਂ? ਸਿਰਫ ਕਹਿੰਦੇ ਉੱਥੇ ਕਰੋ ਜਿੱਥੇ ਤੁਹਾਨੂੰ ਵਾਕਈ ਜ਼ਰੂਰਤ ਹੈ ਔਰ ਤੁਹਾਡੀ ਕੋਈ ਹੈਲਪ ਕਰ ਸਕਦਾ ਹੈ, ਉੱਥੇ ਬਿਲਕੁਲ ਕਰੋ। ਇਹ ਨਹੀਂ ਕਿ ਜ਼ਿੰਦਗੀ 'ਚ ਕਈ ਵਾਰ ਸਾਡੇ ਨਾਲ ਹੋ ਜਾਂਦਾ, ਅਸੀਂ ਬਿਮਾਰ ਵੀ ਹੋ ਜਾਂਦੇ ਹਾਂ, ਕਿਸੇ ਦੀ ਹੈਲਪ ਦੀ ਵੀ ਲੋੜ ਆ, ਵਿਚਾਰੇ ਜਿਹੇ ਬਣ ਲਈ ਨਾ, ਜਿੱਥੇ ਲੋੜ ਆ ਉੱਥੇ ਲਾਓ, ਅਦਰਵਾਈਜ਼ ਆਪਣੇ ਆਪ ਨੂੰ ਵਿਚਾਰੇ ਜਿਹੇ ਨਾ ਦੱਸੋ, ਇਸ ਤਰ੍ਹਾਂ ਨਾ ਕਰੋ। ਤੋ ਐਰੀਜ਼ੋਨਾ ਯੂਨੀਵਰਸਿਟੀ ਵਾਲੇ ਕੀ ਕਹਿੰਦੇ ਨੇ, ਇਹ ਕਹਿੰਦੇ ਨੇ ਕਿ ਇਹ ਲੋਕ ਫਿਰ ਕਈ ਵਾਰ ਇੰਨੇ ਰਿਸਕੀ ਹੋ ਜਾਂਦੇ ਨੇ, ਆਪਣਾ ਲਾਈਫ ਸਟਾਈਲ ਜਿਹੜਾ ਰਿਸਕੀ ਅਪਣਾ ਲੈਂਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ। ਜਦੋਂ ਇਹ ਬਹੁਤ ਜ਼ਿਆਦਾ ਵੱਧ ਜਾਂਦਾ, ਕੀ ਕਰਦੇ ਨੇ ਫਿਰ ਐਲਕੋਹਲ ਦਾ ਸਹਾਰਾ ਲੈਣਗੇ, ਡਰੱਗਸ ਦਾ ਸਹਾਰਾ ਲੈਣਗੇ ਔਰ ਕਈ ਵਾਰ ਗੈਂਗਸ ਨੂੰ ਵੀ ਅਪਣਾ ਲੈਂਦੇ ਨੇ। ਕਿਉਂਕਿ ਉਹਨਾਂ ਨੂੰ ਸਾਰੇ ਬੁਰੇ ਹੀ ਬੁਰੇ ਦਿਸਦੇ ਨੇ, ਤੇ ਕਿਸੇ ਦੇ ਨਾਲ ਉਹਨਾਂ ਦੀ ਹਾਰਮਨੀ ਨਹੀਂ ਬਣ ਪਾਉਂਦੀ, ਫਿਰ ਉਹ ਉਹਨਾਂ ਦੇ ਨਾਲ ਹੀ ਜਿਹੜਾ ਉਹਨਾਂ ਦਾ ਲਾਈਫ ਸਟਾਈਲ ਇਹੋ ਜਿਹਾ ਆਪਣਾ ਬਣਾ ਲੈਂਦੇ ਨੇ। ਤੋ ਇਸ ਕਰਕੇ ਇਹਦੇ ਵਿੱਚੋਂ ਬਾਹਰ ਨਿਕਲੀਏ। ਇਹ ਕਹਿੰਦੇ ਨੇ ਇੱਕ ਸੋਚਣ ਦਾ ਇਹ ਤਰੀਕਾ ਆ, ਇੱਕ ਐਟੀਟਿਊਡ ਆ, ਤੇ ਇੱਕ ਪਰਸਨੈਲਿਟੀ ਡਿਸਆਰਡਰ ਆ, ਰਿਸਰਚਰਸ ਕਹਿ ਰਹੀਆਂ ਨੇ। ਤਾਂ ਇਹਨੂੰ ਇਗਨੋਰ ਨਾ ਕਰੋ, ਇਹਦੇ ਉੱਤੇ ਕੰਮ ਕਰੋ। ਹੁਣ ਦੱਸੋ ਸੰਗਤ, ਤੁਸੀਂ ਵਿਚਾਰੇ ਜਿਹੇ ਬਣਨੇ ਚਾਹੁੰਦੇ ਹੋ, ਸਿੰਪਥੀ ਲੈਣਾ ਚਾਹੁੰਦੇ ਹੋ, ਕਿ ਤੁਸੀਂ ਕਿਸੇ ਦੀ ਹੈਲਪ ਕਰਨਾ ਚਾਹੁੰਦੇ ਹੋ? ਅਸੀਂ ਕਿਸੇ ਦੀ ਹੈਲਪ ਕਰੀਏ, ਇੰਨੀ ਸਾਡੇ ਕੋਲ ਪਰਮਾਤਮਾ ਨੇ ਸ਼ਕਤੀ ਪਾਈ ਹੋਈ ਹੈ। ਅਸੀਂ ਕਿਉਂ ਵਿਚਾਰੇ ਜਿਹੇ ਬਣੀਏ? ਰੱਬ ਦੇ ਬੱਚੇ ਹਾਂ ਅਸੀਂ। ਹੁਣ ਦੱਸੋ, ਜਿਹੜੀਆਂ ਅੱਜ ਤੱਕ ਨੁਕਸਾਂ ਹੀ ਕੱਢੀ ਜਾਂਦੇ ਆ, ਉਹ ਮੇਰੀ ਮਾਂ ਨਹੀਂ ਚੰਗੀ, ਮੇਰਾ ਪਿਓ ਨਹੀਂ ਚੰਗਾ ਸੀ, ਮੇਰਾ ਭਰਾ ਨਹੀਂ ਚੰਗਾ ਸੀ, ਜਿਹੜੇ ਤਾਂ ਚੰਗੇ ਕਹਿ ਰਹੇ ਨੇ ਉਹਨਾਂ ਦੀ ਨਹੀਂ ਗੱਲ ਹੋ ਰਹੀ, ਇਹ ਵਿਕਟਮ ਮਾਈਂਡਸੈਟ ਵਾਲਿਆਂ ਦੀ ਗੱਲ ਹੋ ਰਹੀ ਆ। ਜਾਂ ਫਲਾਨਾ ਨਹੀਂ ਚੰਗਾ ਧਮਕਾਨਾ, ਉਹ ਹੁਣ ਤੁਸੀਂ ਉਹਨਾਂ ਦੀ ਚਰਚਾ ਛੱਡੋਗੇ ਕਿ ਚੰਗਿਆਂ ਦੀ ਕਰੋਗੇ ਤਾਂ ਕਿ ਸਾਡੇ ਅੰਦਰ ਵੀ ਚੰਗਾ ਆ ਜਾਵੇ?
ਜਿਨ੍ਹਾਂ ਨੇ ਚੰਗਾ ਕੀਤਾ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਚਰਚਾ ਕਰਾਂਗੇ, ਔਰ ਜਿਨ੍ਹਾਂ ਦੇ ਆਪਣੇ ਰਿਸ਼ਤੇਦਾਰ ਆ ਉਹਨਾਂ ਵਿੱਚ ਬਹੁਤ ਕੁਝ ਅੱਛਾ ਆ, ਕਿਉਂਕਿ ਅਸੀਂ ਨੈਗੇਟਿਵ ਹੋ ਚੁੱਕੇ ਹਾਂ, ਅਸੀਂ ਉਹਨਾਂ ਦਾ ਸਿਰਫ ਮਾੜਾ ਹੀ ਦੇਖ ਰਹੇ ਹਾਂ। ਸੋ ਆਪਣਾ ਨਜ਼ਰੀਆ ਬਦਲੀਏ ਅਸੀਂ ਸਾਰੇ ਜਾਣੇ। ਸੋ ਜਿਹੜਾ ਲੈਕ ਦੇਖ ਰਹੇ ਆ, ਇਹਦੀ ਜਗ੍ਹਾ ਗ੍ਰੈਟੀਟਿਊਡ ਦੇ ਵਿੱਚ ਆ ਕੇ ਤਾਂ ਅਬੰਡੈਂਸ ਨੂੰ ਅਟਰੈਕਟ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ, ਚੰਗਾ ਚੰਗਾ ਅਟਰੈਕਟ ਕਰੀਏ। ਦੁਖੀ ਨਹੀਂ ਰਹਿਣਾ, ਚੜ੍ਹਦੀਆਂ ਕਲਾਂ ਵਿੱਚ ਰਹਿਣਾ, ਦੂਸਰਿਆਂ ਨੂੰ ਵੀ ਚੜ੍ਹਦੀਆਂ ਕਲਾਂ ਦੇ ਵਿੱਚ ਕਰਨਾ। ਸੋ ਆਪਣੀ ਹੁਣ ਦੇਖੋ ਕਿਹੋ ਜਿਹੀ ਚਰਚਾ ਕਰਦੇ ਹੋ, ਕਿਹਨਾਂ ਲੋਕਾਂ ਨੂੰ ਤੁਸੀਂ ਅਟਰੈਕਟ ਕੀਤਾ ਹੋਇਆ, ਉਹ ਬਦਲ ਲਓ ਹੁਣ। ਅੱਜ ਵੀ ਉਹ ਕਹਿੰਦੇ ਨੇ, ਅਗਰ ਤੁਸੀਂ ਬਦਲ ਜਾਂਦੇ ਹੋ ਆਪਣੇ ਥਾਟਸ ਨੂੰ, ਫੀਲਿੰਗਸ ਨੂੰ ਅੱਜ ਹੀ ਬਦਲ ਲੈਂਦੇ ਹੋ, ਗ੍ਰੈਟੀਟਿਊਡ ਵਿੱਚ ਆ ਜਾਂਦੇ ਹੋ, ਫੋਰਗਿਵ ਕਰਨਾ ਸ਼ੁਰੂ ਕਰ ਦਿੰਦੇ ਹੋ, ਬਲੇਮ ਜਿਹੜਾ ਦੂਸਰਿਆਂ ਨੂੰ ਬਲੇਮ ਕਰੀ ਜਾਂਦੇ ਹੋ, ਬਲੇਮ ਗੇਮ ਤੁਸੀਂ ਬੰਦ ਕਰ ਦਿੰਦੇ ਹੋ, ਤੁਸੀਂ ਅੱਜ ਹੀ ਆਪਣੇ ਆਪ ਨੂੰ ਜਿਹੜਾ ਹੈ ਫੀਲ ਕਰੋਗੇ ਵੀ ਕਿੰਨੀ ਪਾਵਰ ਆ ਤੁਹਾਡੇ ਅੰਦਰ। ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਨੇ, ਇਹੋ ਜਿਹੀ ਨੈਗੇਟਿਵਿਟੀ ਵਾਲੇ ਭਾਵ ਜਿਹੜੇ ਨੇ, ਇਹ ਤੁਹਾਨੂੰ ਡਾਊਨ ਕਰੀ ਜਾਂਦੇ ਨੇ, ਵਿਚਾਰਾ ਜਿਹਾ ਬਣਾਈ ਜਾਂਦੇ ਨੇ, ਹੈਲਪਲੈਸ ਜਿਹੇ ਹੁੰਦੇ ਹੋ, ਸੀਕ ਕਰਦੇ ਹੋ ਦੂਸਰਾ ਤੁਹਾਨੂੰ ਸਿੰਪਥੀ ਕਰੇ ਤੁਹਾਡੇ ਨਾਲ। ਸੋ ਕੋਈ ਸਾਰਿਆਂ ਵਿੱਚ ਥੋੜ੍ਹੇ ਥੋੜ੍ਹੀਆਂ ਇਹ ਸਿੰਪਟਮਸ ਹੋ ਸਕਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਵਿਕਟਮ ਮਾਈਂਡਸੈਟ ਵਾਲੇ ਹੋ। ਬਸ ਜਦੋਂ ਵੀ ਇੱਦਾਂ ਦੇ ਥਾਟਸ ਫੀਲਿੰਗਸ ਆਈਆਂ, ਉਹਦੇ ਵਿੱਚੋਂ ਨਿਕਲੋ ਬਾਹਰ। ਹੁਣ ਸਾਨੂੰ ਪਤਾ ਚੱਲ ਗਿਆ, always think positive, as you think so you become। ਜੋ ਤੁਸੀਂ ਸੋਚੋਗੇ ਉਹ ਤੁਸੀਂ ਬਣ ਜਾਓਗੇ। ਭਲਾ ਹੀ ਸੋਚੋ ਹੈ। ਅਸੀਂ ਤਾਂ ਰੋਜ਼ ਅਰਦਾਸਾਂ 'ਚ ਕਹਿੰਦੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭਲਾ ਸੋਚੋ, ਭਲਾ ਬੋਲੋ, ਭਲਾ ਹੋ ਕੇ ਹੀ ਰਹੇਗਾ। ਭਲਾ ਕਰੋ। ਸੋ ਜਿਨ੍ਹਾਂ ਦਾ ਵੀ ਲੱਗ ਰਿਹਾ ਉਹਨਾਂ ਨੇ ਸਾਨੂੰ ਦੁਖੀ ਕੀਤਾ ਸੀ, ਕੁਛ ਵੀ ਕੀਤਾ ਸੀ, ਅੱਜ ਦਿਲੋਂ ਉਹਨਾਂ ਦਾ ਭਲਾ ਸੋਚੋ ਵੀ ਉਹਨਾਂ ਦਾ ਭਲਾ ਹੀ ਹੋਵੇ। ਔਰ ਫੋਰਗਿਵਨੈਸ, ਉਹਨਾਂ ਨੂੰ ਤਾਂ ਫੋਰਗਿਵ ਕਰਨਾ ਹੈ, ਕਿਉਂਕਿ ਉਹਨਾਂ ਨੇ ਕਈ ਵਾਰ ਕੀਤਾ ਵੀ ਨਹੀਂ ਹੁੰਦਾ, ਅਸੀਂ ਇੰਨਾ ਬਣਾਇਆ ਹੁੰਦਾ ਆਪਣੇ ਖਿਆਲਾਂ ਦੇ ਵਿੱਚ। ਆਪ ਵੀ ਮਾਫੀ ਮੰਗੋ ਉਹਨਾਂ ਰੂਹਾਂ ਦੇ ਕੋਲੋਂ। ਕਿੰਨੀ ਵਾਰ ਅਸੀਂ ਤੁਹਾਨੂੰ ਮਾੜਾ ਕਿਹਾ, ਕਿੰਨੀ ਵਾਰ ਅਸੀਂ ਤੁਹਾਡੀ ਜਿਹੜੇ ਦੋਸ਼ ਨਿਕਾਲੇ, ਕਿੰਨੀ ਵਾਰ ਅਸੀਂ ਜਿਹੜਾ ਹੈ ਤੁਹਾਡੀਆਂ ਤਾਂ ਬੈਠ ਕੇ ਜਿਹੜੀਆਂ ਚਰਚਾ ਕੀਤੀਆਂ ਤੁਹਾਡੀਆਂ, ਕਿੰਨਾ ਅਸੀਂ ਗਲਤ ਤੁਹਾਨੂੰ ਜੱਜ ਕਰਦੇ ਰਹੇ। ਅਸੀਂ ਕੌਣ ਹੁੰਦੇ ਜੱਜ ਕਰਨ ਵਾਲੇ? ਜੱਜ ਤਾਂ ਇੱਕੋ ਹੀ ਹੈ, ਉਸੇ ਜੱਜ ਨੂੰ ਜੱਜ ਰਹਿਣ ਦਈਏ। ਅਸੀਂ ਸਾਰੇ ਰਲ ਮਿਲ ਕੇ ਆਪਣਾ ਜਿਹੜਾ ਹੈ ਇੰਜੋਏ ਕਰੀਏ ਲਾਈਫ ਨੂੰ, ਪਰਮਾਤਮਾ ਦੇ ਪ੍ਰੇਮ ਦੇ ਵਿੱਚ, ਉਹਦੀ ਬੰਦਗੀ ਦੇ ਵਿੱਚ, ਉਹਦੀ ਯਾਦ ਦੇ ਵਿੱਚ। ਯਾਦ ਹੀ ਬੰਦਗੀ ਹੈ। ਜਦੋਂ ਵੀ ਉਹਨੂੰ ਯਾਦ ਕਰਦੇ ਹੋ ਤੁਸੀਂ ਬੰਦਗੀ 'ਚੋਂ, ਜਦੋਂ ਵੀ ਯਾਦ ਕਰਦੇ ਹੋ ਤੁਸੀਂ ਨਾਮ 'ਚ, ਜਦੋਂ ਵੀ ਯਾਦ ਕਰਦੇ ਹੋ ਬਸ ਉਹਦੇ ਨਾਲ ਤੁਸੀਂ ਕਨੈਕਟਡ ਹੋ। ਸੋ ਜਦੋਂ ਵੀ ਯਾਦ ਕੀਤਾ ਫੀਲ ਹੋਣਾ ਸ਼ੁਰੂ ਹੋ ਜਾਵੇ, ਜਦੋਂ ਵੀ ਯਾਦ ਕੀਤਾ। ਕੰਮ ਕਰਦੇ ਹਾਂ, ਤੁਰਿਆਂ ਫਿਰਦੇ ਹਾਂ, ਫਿਰ ਐਡੇ ਵੱਡੇ ਦਿਨ ਨੂੰ ਜਿਹਨੂੰ ਯਾਦ ਕਰ ਰਹੇ ਹਾਂ ਤਾਂ ਉਹਨੂੰ ਹੀ ਅਟਰੈਕਟ ਕਰ ਰਹੇ ਹਾਂ। ਵਾਹਿਗੁਰੂ ਜੀ ਨੂੰ ਪਰਮਾਤਮਾ ਕਹਿ ਲਓ, ਰਾਮ ਕਹਿ ਲਓ, ਓਮ ਕਹਿ ਲਓ, ਅੱਲਾ ਕਹਿ ਲਓ, ਗੋਡ ਕਹਿ ਲਓ, ਜਿੰਨੇ ਮਰਜ਼ੀ ਉਹਦੇ ਨਾਮ ਪਰਮਾਤਮਾ ਦੇ ਅਸੀਂ ਲਈ ਜਾਈਏ, ਉਹਨੂੰ ਯਾਦ ਕਰੀਏ, ਆਪਣੇ ਪਾਰ ਬ੍ਰਹਮ ਪਰਮਾਤਮਾ ਨੂੰ, ਉਸ ਪਿਆਰੇ ਪਿਆਰੇ ਪਰਮਾਤਮਾ ਨੂੰ, ਜਿਹਦਾ ਸਾਰਾ ਹੀ ਪਸਾਰਾ ਆ। ਜਦੋਂ ਵੀ ਇੱਦਾਂ ਕੋਈ ਕਮੀ ਮਹਿਸੂਸ ਹੋਵੇ, ਮੈਂਟਲੀ ਅਸੀਂ ਵੀਕ ਫੀਲ ਕਰੀਏ, ਸੋ ਪਰਮਾਤਮਾ ਨੂੰ ਯਾਦ ਕਰੀਏ, ਉਹਦੀ ਐਡੀ ਵੱਡੀ ਪਾਵਰ ਆ, ਮੇਰੇ ਵਿੱਚ ਉਹਦੀ ਸ਼ਕਤੀ ਹੈ। ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ, ਤੂੰ ਬਾਹਰ ਵਸਤ ਨਾ ਪਾਲ, ਜੋ ਭਾਵੇ ਸੋ ਪੁੰਜ ਤੂੰ ਨਾਨਕ ਨਦਰ ਨਿਹਾਲ। ਅੰਦਰ ਹੀ ਹੈ ਸਾਡੇ ਪਰਮਾਤਮਾ, ਉਸੇ ਸ਼ਕਤੀ ਨੂੰ ਅਸੀਂ ਜਾਗਰਤ ਕਰੀਏ ਸੰਗਤ ਜੀ, ਸਾਰੇ ਜਾਣੇ ਮਿਲ ਕੇ। ਠੀਕ ਹੈ ਜੀ ਸੰਗਤ ਜੀ, ਕੋਈ ਗਲਤੀਆਂ ਹੋ ਗਈਆਂ ਹੋਣ ਆਪ ਜੀ ਮਾਫ ਕਰ ਦੇਣਾ, ਔਰ ਹਮੇਸ਼ਾ ਹੀ ਦਿਲੋਂ ਪ੍ਰੇਮ ਦੇ ਸਹਿਤ ਹਮੇਸ਼ਾ ਹੀ ਹਮੇਸ਼ਾ ਲਈ ਫਤਿਹ ਹੈ। ਫਤਿਹ ਮਤਲਬ ਬਾਏ ਬਾਏ ਵਾਲੀ ਫਤਿਹ ਨਹੀਂ, ਫਤਿਹ ਮਿਲਣ ਵਾਲੀ ਫਤਿਹ ਹਮੇਸ਼ਾ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।